ਕੰਪਿਊਟਰ ਹਾਰਡਵੇਅਰ ਅਸੈਂਬਲੀ ਅਤੇ ਰਿਪੇਅਰ, ਉਦਯਮਸ਼ੀਲਤਾ ਦਾ ਵਿਸਤਾਰ। ਲੈਕਚਰ ਦੀ ਰੂਪਰੇਖਾ। ਇਹ ਲੈਕਚਰ ਕੰਪਿਊਟਰ ਸੰਬੰਧੀ ਤਕਨੀਕੀ ਜਾਣਕਾਰੀ ਤੇ ਆਧਾਰਿਤ ਹੈ। ਇਸ ਪੇਸ਼ਕਸ਼ ਦੌਰਾਨ ਕੰਪਿਊਟਰ ਹਾਰਡਵੇਅਰ ਰਿਪੇਅਰ ਅਤੇ ਅਸੈਂਬਲੀ ਬਿਜ਼ਨਸ ਨੂੰ ਸਥਾਪਿਤ ਕਰਨ ਲਈ ਤਕਨੀਕੀ ਗੱਲਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਪਰਸਨਲ ਕੰਪਿਊਟਰ ਜਾਂ ਨਿੱਜੀ ਕੰਪਿਊਟਰ ਦੇ ਪ੍ਰਮੁੱਖ ਹਿੱਸੇ ਇਸ ਪ੍ਰਕਾਰ ਹਨ: ਮਾਈਕਰੋਪ੍ਰੋਸੈਸਰ, ਮਦਰਬੋਰਡ, ਰੈਮ ਜਿਸ ਨੂੰ ਰੈਂਡਮ ਐਕਸੈਸ ਮੈਮਰੀ ਆਖਦੇ ਹਨ, ਹਾਰਡ ਡਿਸਕ ਡਰਾਈਵ, ਫਲੋਪੀ ਡਿਸਕ ਡਰਾਈਵ। ਨਵੇਂ ਕੰਪਿਊਟਰਸ ਦੇ ਵਿੱਚ ਫਲੋਪੀ ਡਿਸਕ ਡਰਾਈਵ ਨਹੀਂ ਆਉਂਦੀ ਹੈ ਹੁਣ। ਆਪਟੀਕਲ ਡਿਸਕ ਡਰਾਈਵ, ਐਸਐਮਪੀਐਸ ਜਾਂ ਪਾਵਰ ਸਪਲਾਈ, ਕੀਬੋਰਡ ਅਤੇ ਮਾਊਸ, ਮੋਨੀਟਰ ਡਿਸਪਲੇ ਅਤੇ ਚੈਸਿਸ। ਕੰਪਿਊਟਰ ਨੂੰ ਮੁੱਖ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਇਨਪੁਟ ਯੂਨਿਟ, ਕੀਬੋਰਡ ਅਤੇ ਮਾਊਸ ਜਿਹੜੇ ਕਿ ਕੰਪਿਊਟਰ ਨੂੰ ਇਨਪੁਟ ਇਨਫੋਰਮੇਸ਼ਨ ਮੁਹੱਈਆ ਕਰਵਾਉਂਦੇ ਹਨ, ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿੱਥੇ ਕਿ ਡੇਟਾ ਪ੍ਰੋਸੈਸ ਹੁੰਦਾ ਹੈ, ਸਾਰੀਆਂ ਅਰਥਮੈਟਿਕ ਕੈਲਕੂਲੇਸ਼ਨ ਜਿਵੇਂ ਕਿ ਜੋੜ ਘਟਾਓ, ਗੁਣਾ ਭਾਗ ਆਦਿ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਦੁਆਰਾ ਹੀ ਹੁੰਦੇ ਹਨ। ਆਉਟਪੁੱਟ ਯੂਨਿਟ ਜਿਵੇਂ ਕਿ ਮੋਨੀਟਰ ਅਤੇ ਪ੍ਰਿੰਟਰ ਆਦਿ ਜਿਸ ਦੇ ਉੱਪਰ ਕਿ ਅਸੀਂ ਆਉਟਪੁੱਟ ਡਾਟਾ ਵਿਜ਼ੂਅਲ ਆਦਿ ਵੇਖ ਸਕਦੇ ਹਾਂ। ਮੈਮੋਰੀ ਯੂਨਿਟ ਜਿਹੜਾ ਕਿ ਡਾਟਾ ਨੂੰ ਸਟੋਰ ਕਰਦਾ ਹੈ, ਅਤੇ ਡਾਟਾ ਬੱਸ ਦਾ ਕੰਮ ਇਹਨਾਂ ਅਲੱਗ-ਅਲੱਗ ਭਾਗਾਂ ਨੂੰ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਵਾਉਣਾ ਅਤੇ ਡੇਟਾ ਨੂੰ ਟਰਾਂਸਫਰ ਕਰਨਾ। ਮਾਈਕਰੋਪ੍ਰੋਸੈਸਰ ਦੇ 2 ਮੁੱਖ ਭਾਗ ਹਨ: ਅਰਥਮੈਟਿਕ ਲੌਜਿਕ ਯੂਨਿਟ ਅਤੇ ਕੰਟਰੋਲ ਯੂਨਿਟ। ਮਾਈਕਰੋਪ੍ਰੋਸੈਸਰ ਦੇ ਅੰਦਰ ਕੈਸ਼ ਮੈਮੋਰੀ ਵੀ ਹੁੰਦੀ ਹੈ। ਅਰਥਮੈਟਿਕ ਲੌਜਿਕ ਯੂਨਿਟ ਉਹ ਭਾਗ ਹੈ ਜਿਸ ਦੇ ਅੰਦਰ ਕਿ ਜੋੜ, ਘਟਾਓ, ਗੁਣਾ, ਭਾਗ ਆਦਿ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਅਰਥਮੈਟਿਕ ਯੂਨਿਟ ਦੁਆਰਾ ਕੀਤੀਆਂ ਜਾਂਦੀਆਂ ਹਨ। ਕੰਟਰੋਲ ਯੂਨਿਟ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਅਗਲਾ ਪ੍ਰਮੁੱਖ ਹਿੱਸਾ ਮਦਰਬੋਰਡ ਕੰਪਿਊਟਰ ਦਾ ਮੁੱਖ ਹਿੱਸਾ ਹੈ। ਇਹ ਸਾਰਿਆਂ ਕੰਪਿਊਟਰ ਪਾਰਟਸ ਨੂੰ ਸੰਜੋ ਕੇ ਰੱਖਦਾ ਹੈ। ਸਾਰੇ ਹੀ ਮਹੱਤਵਪੂਰਨ ਪਾਰਟਸ ਜਿਵੇਂ ਕਿ ਰੈਮ, ਰੋਮ, ਪ੍ਰੋਸੈਸਰ, ਮੈਮਰੀ ਡਿਵਾਈਸਿਸ ਮਦਰਬੋਰਡ ਦੇ ਨਾਲ ਹੀ ਜੁੜੇ ਹੋਏ ਹੁੰਦੇ ਹਨ। ਮਦਰਬੋਰਡ ਐਡ-ਔਨ ਕਾਰਡ ਜਿਵੇਂ ਕਿ AGP ਕਾਰਡ, ਨੈਟਵਰਕ ਕਾਰਡ, PCI ਕਾਰਡ, ਮਲਟੀਮੀਡੀਆ ਕਾਰਡ ਆਦਿ ਨੂੰ ਵੀ ਸਥਾਨ ਦਿੰਦਾ ਹੈ। ਇਹਨਾਂ ਕਾਰਡਸ ਵਾਸਤੇ ਮਦਰਬੋਰਡ ਦੇ ਉੱਪਰ ਵੱਖ-ਵੱਖ ਸਾਈਜ਼ ਦੇ ਸਲੋਟ ਬਣੇ ਹੁੰਦੇ ਹਨ। ਬਾਹਰੀ ਉਪਕਰਨ ਜਿਵੇਂ ਕਿ ਮੋਨੀਟਰ, ਕੀਬੋਰਡ, ਪ੍ਰਿੰਟਰ, ਸਕੈਨਰ ਆਦਿ ਵੀ ਐਕਸਟਰਨਲ ਪੋਰਟ ਦੁਆਰਾ ਮਦਰਬੋਰਡ ਦੇ ਨਾਲ ਜੁੜੇ ਹੁੰਦੇ ਹਨ। ਮਦਰਬੋਰਡ ਦੇ ਕਨੈਕਟਰ ਦਾ ਬਿਊਰਾ। ਮਦਰਬੋਰਡ ਦੇ ਉੱਪਰ ਅਲੱਗ-ਅਲੱਗ ਪ੍ਰਕਾਰ ਦੇ ਕਨੈਕਟਰ ਹੁੰਦੇ ਹਨ ਜਿਵੇਂ ਕਿ ਕੀਬੋਰਡ ਵਾਸਤੇ PS2 ਕਨੈਕਟਰ, ਸੀਰੀਅਲ ਪੋਰਟ ਕਨੈਕਟਰ, ਪੈਰਲਲ ਪੋਰਟ ਕਨੈਕਟਰ, VGA ਕਨੈਕਟਰ, ਮੋਨੀਟਰ ਵਾਸਤੇ USB ਪੋਰਟਸ, ਨੈਟਵਰਕਿੰਗ ਪੋਰਟ ਅਤੇ ਮਲਟੀਮੀਡੀਆ ਪੋਰਟ ਆਦਿ। ਇਹ ਕਨੈਕਟਰ ਕੰਪਿਊਟਰ ਕੈਬਿਨੇਟ ਦੇ ਪਿਛਲੇ ਹਿੱਸੇ ਤੇ ਹੁੰਦੇ ਹਨ। ਇਹਨਾਂ ਦਾ ਆਕਾਰ ਅਤੇ ਰਚਨਾ ਵੱਖ-ਵੱਖ ਪ੍ਰਕਾਰ ਦੀ ਹੁੰਦੀ ਹੈ। ਇਸ ਤਸਵੀਰ ਦੇ ਵਿੱਚ ਤੁਸੀਂ ਵੱਖ-ਵੱਖ ਪ੍ਰਕਾਰ ਦੇ ਕਨੈਕਟਰ ਵੇਖ ਸਕਦੇ ਹੋ। PCI ਐਕਸਟੈਂਸ਼ਨ ਸਲੋਟ। PCI ਸਲੋਟ ਨੂੰ ਪੈਰੀਫਿਰਲ ਕੰਪੋਨੈਂਟ ਇੰਟਰਕਨੈਕਟ ਸਲੋਟ ਵੀ ਕਹਿੰਦੇ ਹਨ। PCI ਸਲੋਟ ਐਡ-ਔਨ ਕਾਰਡ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ। ਇਹ ਐਡ-ਔਨ ਕਾਰਡ ਹਨ ਨੈਟਵਰਕ ਕਾਰਡ, ਮੋਡਮ, ਐਡ-ਔਨ USB ਕਾਰਡ ਆਦਿ। ਉਸ ਤੋਂ ਬਾਅਦ AGP ਸਲੋਟ। AGP ਸਲੋਟ ਨੂੰ ਐਕਸਲਰੇਟਡ ਗ੍ਰਾਫਿਕਸ ਐਰੇ ਸਲੋਟ ਵੀ ਕਹਿੰਦੇ ਹਨ। AGP ਸਲੋਟ ਦਾ ਇਸਤੇਮਾਲ ਉੱਚ ਕੁਆਲਿਟੀ ਦੇ ਗ੍ਰਾਫਿਕਸ ਜਿਨ੍ਹਾਂ ਦੀ ਕਿ ਜ਼ਰੂਰਤ ਐਨੀਮੇਸ਼ਨ ਜਾਂ ਡਿਜ਼ਾਈਨਿੰਗ ਸੌਫਟਵੇਅਰ ਲਈ ਹੁੰਦੀ ਹੈ ਉਸ ਜਗ੍ਹਾ ਤੇ ਉੱਤੇ AGP ਕਾਰਡ ਇਸਤੇਮਾਲ ਕੀਤਾ ਜਾਂਦਾ ਹੈ। ਰੋਮ ਜਿਸ ਨੂੰ ਕਿ ਰੀਡ ਓਨਲੀ ਮੈਮਰੀ ਆਖਦੇ ਹਨ। ਰੋਮ ਦਾ ਇਸਤੇਮਾਲ ਸਿਸਟਮ ਲੈਵਲ ਪ੍ਰੋਗਰਾਮ ਨੂੰ ਸਟੋਰ ਕਰਨ ਲਈ ਕੀਤਾ ਜਾਂਦਾ ਹੈ। ਸਿਸਟਮ ਲੈਵਲ ਪ੍ਰੋਗਰਾਮ ਕੰਪਿਊਟਰ ਨੂੰ ਚਾਲੂ ਕਰਨ ਵੇਲੇ ਮੁਹੱਈਆ ਹੁੰਦੇ ਹਨ। ਬਾਇਓਸ ਸਿਸਟਮ ਪ੍ਰੋਗਰਾਮ ਦਾ ਇੱਕ ਉਦਾਹਰਣ ਹੈ। VGA ਪੋਰਟ
ਇਸ ਪੋਰਟ ਦਾ ਇਸਤੇਮਾਲ ਆਊਟਪੁੱਟ ਡਿਸਪਲੇ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਇਹ 15 ਪਿਨ ਦਾ D ਟਾਈਪ ਦਾ ਕਨੈਕਟਰ ਹੈ। ਇਸ ਦੀਆਂ 15 ਪਿਨ 3 ਲਾਈਨ ਦੇ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਹਨ। ਸੀਰੀਅਲ ਪੋਰਟ ਦਾ ਇਸਤੇਮਾਲ ਬਾਹਰੀ ਉਪਕਰਨ ਜਿਹੜੇ ਕਿ ਸੀਰੀਅਲ ਪੋਰਟ ਰਾਹੀਂ ਕਮਿਊਨੀਕੇਸ਼ਨ ਕਰਦੇ ਹਨ ਉਹਨਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਇਹ ਬਾਹਰੀ ਉਪਕਰਨ ਹਨ ਜਿਵੇਂ ਕਿ ਮੋਡਮ, ਪ੍ਰਿੰਟਰ, ਨੈਟਵਰਕ ਸਵਿਚ ਆਦਿ। ਇਹ 9 ਪਿਨ ਦਾ ਕਨੈਕਟਰ ਹੈ। ਪੈਰਲਲ ਪੋਰਟ ਦਾ ਇਸਤੇਮਾਲ ਬਾਹਰੀ ਉਪਕਰਨ ਜਿਹੜੇ ਕਿ ਪੈਰਲਲ ਪੋਰਟ ਰਾਹੀਂ ਕਮਿਊਨੀਕੇਸ਼ਨ ਕਰਦੇ ਹਨ ਉਹਨਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਇਸ ਦਾ ਉਪਯੋਗ ਮੁੱਖ ਤੌਰ ਤੇ ਪੁਰਾਣੇ ਪ੍ਰਿੰਟਰਸ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਸਕੈਨਰ ਆਦਿ ਨੂੰ ਵੀ ਪੈਰਲਲ ਪੋਰਟ ਤੇ ਜੋੜਿਆ ਜਾਂਦਾ ਹੈ। ਇਹ 25 ਪਿਨ ਦਾ ਕਨੈਕਟਰ ਹੈ। ਹੈਵੀ ਡਿਊਟੀ ਪ੍ਰਿੰਟਰ ਜਿਵੇਂ ਕਿ ਲਾਈਨ ਪ੍ਰਿੰਟਰ ਜਾਂ ਹੈਵੀ ਡਿਊਟੀ ਡਾਟ ਮੈਟ੍ਰਿਕਸ ਪ੍ਰਿੰਟਰ ਆਦਿ ਵੀ ਪੈਰਲਲ ਪੋਰਟ ਰਾਹੀਂ ਹੀ ਕੰਪਿਊਟਰ ਦੇ ਨਾਲ ਕਮਿਊਨੀਕੇਸ਼ਨ ਕਰਦੇ ਹਨ। USB ਪੋਰਟ ਯੂਨੀਵਰਸਲ ਸੀਰੀਅਲ ਪੋਰਟ ਦਾ ਇਸਤੇਮਾਲ ਹੁਣ ਦੇ ਸਾਰੇ ਨਵੀਨਤਮ ਉਪਕਰਨਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। USB ਪੋਰਟ ਛੋਟੇ ਸਾਈਜ਼ ਦਾ ਉੱਚ ਡਾਟਾ ਟਰਾਂਸਫਰ ਵਾਲਾ ਪੋਰਟ ਹੈ। ਅੱਜ ਦੇ ਦੌਰ ਦੇ ਵਿੱਚ ਲਗਭਗ ਹਰ ਉਪਕਰਨ USB ਪੋਰਟ ਦੇ ਨਾਲ ਹੀ ਆਉਂਦਾ ਹੈ, ਜਿਵੇਂ ਕਿ ਮੋਬਾਈਲ ਫੋਨਸ, ਪ੍ਰਿੰਟਰ, ਕੈਮਰਾ ਅਤੇ ਹੋਰ ਵੀ ਬਹੁਤ ਸਾਰੀਆਂ USB ਡਿਵਾਈਸਸ। USB ਪੋਰਟ 3 ਪ੍ਰਾਰੂਪ ਦੇ ਵਿੱਚ ਆਉਂਦਾ ਹੈ। USB 3 ਸਭ ਤੋਂ ਲੇਟੈਸਟ ਪੋਰਟ ਹੈ। PS2 ਪੋਰਟ, ਇਸ ਦਾ ਇਸਤੇਮਾਲ PS2 ਕੀਬੋਰਡ ਅਤੇ PS2 ਮਾਊਸ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਈਥਰਨੈਟ ਪੋਰਟ ਦਾ ਇਸਤੇਮਾਲ UTP ਕੇਬਲ ਦੁਆਰਾ ਕੰਪਿਊਟਰ ਨੂੰ ਹੱਬ ਜਾਂ ਸਵਿਚ ਦੇ ਨਾਲ ਜੋੜਨ ਲਈ ਕੀਤਾ ਜਾਂਦਾ ਹੈ। UTP ਕੇਬਲ ਅਨਟਵਿਸਟਡ ਪੇਅਰ ਕੇਬਲ ਨੂੰ ਆਖਦੇ ਹਨ। ਈਥਰਨੈਟ ਪੋਰਟ ਦੁਆਰਾ 10 MB, 100 MB ਅਤੇ 1000 MB ਪ੍ਰਤੀ ਸਕਿੰਟ ਦੀ ਸਪੀਡ ਦੇ ਨਾਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। RAM, ਜਿਸ ਨੂੰ ਕਿ ਰੈਂਡਮ ਐਕਸੈਸ ਮੈਮਰੀ ਆਖਦੇ ਹਨ, ਇਹ ਕੰਪਿਊਟਰ ਦੀ ਪ੍ਰਮੁੱਖ ਮੈਮਰੀ ਹੈ। RAM ਸੈਕੰਡਰੀ ਮੈਮਰੀ ਦੇ ਨਾਲੋਂ ਜ਼ਿਆਦਾ ਤੇਜ਼ ਕੰਮ ਕਰਦੀ ਹੈ। RAM ਪ੍ਰੋਗਰਾਮ ਅਤੇ ਡੇਟਾ ਨੂੰ ਉਦੋਂ ਤੱਕ ਸਟੋਰ ਕਰਕੇ ਰੱਖ ਸਕਦੀ ਹੈ ਜਦੋਂ ਤੱਕ ਕਿ ਕੰਪਿਊਟਰ ਚਾਲੂ ਹੈ, ਜਿਸ ਨੂੰ ਕਿ ਸਪਲਾਈ ਮਿਲ ਰਹੀ ਹੈ। RAM ਵੱਖ-ਵੱਖ ਤਰ੍ਹਾਂ ਦੇ ਮੋਡਿਊਲ ਵਿੱਚ ਆਉਂਦੀ ਹੈ। ਇਹ ਹਨ SDRAM, DDR1 RAM, DDR2 RAM ਅਤੇ DDR3 RAM। ਪਿਕਚਰ ਦੇ ਵਿੱਚ ਤੁਸੀਂ SDRAM ਵੇਖ ਸਕਦੇ ਹੋ, ਜਿਸ ਦੇ ਵਿੱਚ ਕਿ 2 ਨੌਚ ਬਣੇ ਹੋਏ ਹੁੰਦੇ ਹਨ। ਮਦਰਬੋਰਡ ਤੇ RAM ਨਿਰਧਾਰਿਤ ਸਲੋਟ ਤੇ ਹੀ ਲੱਗ ਸਕਦੀ ਹੈ ਅਤੇ ਨਿਰਧਾਰਿਤ ਦਿਸ਼ਾ ਦੇ ਵਿੱਚ ਹੀ ਲੱਗ ਸਕਦੀ ਹੈ। RAM ਦੀ ਡਾਟਾ ਸਟੋਰ ਸਮਰੱਥਾ ਵੱਖ-ਵੱਖ ਹੁੰਦੀ ਹੈ। RAM ਬਾਰੇ ਕੁਝ ਤਕਨੀਕੀ ਜਾਣਕਾਰੀ ਇਸ ਪ੍ਰਕਾਰ ਹੈ। SDRAM 66 MHz, 100 MHz ਅਤੇ 133 MHz ਕਲੌਕ ਸਪੀਡ ਦੇ ਨਾਲ ਆਉਂਦੀ ਹੈ। DDR1 RAM, ਇਹ 266 MHz, 333 MHz ਅਤੇ 400 MHz ਕਲੌਕ ਸਪੀਡ ਦੇ ਵਿੱਚ ਆਉਂਦੀ ਹੈ। DDR2 RAM, ਇਹ RAM 400 MHz, 533 MHz, 677 MHz ਅਤੇ 800 MHz ਕਲੌਕ ਸਪੀਡ ਦੇ ਨਾਲ ਆਉਂਦੀ ਹੈ। DDR3 RAM, ਜਿਹੜੀ ਕਿ ਲੇਟੈਸਟ RAM ਹੈ, ਇਹ 800 MHz, 933 MHz, 1066 MHz, 1333 MHz ਅਤੇ 1600 MHz ਕਲੌਕ ਸਪੀਡ ਦੇ ਵਿੱਚ ਆਉਂਦੀ ਹੈ। SDRAM, ਇਸ ਨੂੰ ਸਟੈਟਿਕ ਡਾਇਨਾਮਿਕ RAM ਆਖਦੇ ਹਨ। SDRAM ਪੁਰਾਣੇ ਸਮੇਂ ਦੇ ਮਦਰਬੋਰਡ ਜਿਵੇਂ ਕਿ P3 ਮਦਰਬੋਰਡ ਆਉਂਦੇ ਸਨ, ਉਹਨਾਂ ਦੇ ਵਿੱਚ ਇਸਤੇਮਾਲ ਹੁੰਦੀ ਸੀ। ਨਵੇਂ ਮਦਰਬੋਰਡ ਦੇ ਵਿੱਚ SDRAM ਦਾ ਸਲੋਟ ਨਹੀਂ ਹੁੰਦਾ। ਇਸ RAM ਦੇ ਉੱਤੇ 168 ਕਨੈਕਸ਼ਨ ਪਿੰਨਾਂ ਹੁੰਦੀਆਂ ਹਨ। RAM ਦੇ ਵਿੱਚ 2 ਨੌਚ ਹੁੰਦੇ ਹਨ। SD ਦਾ ਸਥਾਨ ਹੁਣ DDR-RAM ਨੇ ਲੈ ਲਿਆ ਹੈ। SDRAM ਵੱਖ-ਵੱਖ ਮੋਡਿਊਲ ਵਿੱਚ ਉਪਲਬਧ ਹੈ। DDR1 RAM, DDR1 RAM 185 ਪਿੰਨਾਂ ਦੇ ਵਿੱਚ ਉਪਲਬਧ ਹੈ। ਇਹ RAM P4 ਜਾਂ ਇਸ ਦੇ ਸਮਾਨ ਮਦਰਬੋਰਡ ਨੂੰ ਸਹਿਯੋਗ ਕਰਦੀ ਹੈ। DDR1 RAM ਦੀ ਕਲੌਕ ਸਪੀਡ 266 MHz, 333 MHz, 400 MHz ਦੇ ਵਿੱਚ ਵੀ ਉਪਲਬਧ ਹੈ। ਉਸ ਤੋਂ ਬਾਅਦ DDR2 RAM, ਇਹ RAM 240 ਪਿੰਨਾਂ ਵਿੱਚ ਉਪਲਬਧ ਹੈ। ਇਸ ਦੀ ਕਲੌਕ ਸਪੀਡ 400 MHz, 533 MHz, 677 MHz ਅਤੇ 800 MHz ਤੱਕ ਹੁੰਦੀ ਹੈ। ਇਹ RAM ਡਿਊਲ ਕੋਰ
ਕੋਰ ਟੂ ਡਿਊ ਮਦਰਬੋਰਡ ਜਾਂ ਇਸ ਦੇ ਸਮਾਨ ਪ੍ਰੋਸੈਸਰ ਦੇ ਨਾਲ ਲਗਾਈ ਜਾਂਦੀ ਹੈ। DDR3 RAM, ਇਹ RAM 240 ਪਿਨ ਕਨੈਕਟਰ ਦੇ ਨਾਲ ਉਪਲਬਧ ਹੈ। ਇਸ ਦੀ ਕਲੌਕ ਸਪੀਡ 800 MHz, 1066 MHz, 1333 MHz ਅਤੇ 1600 MHz ਤੱਕ ਹੁੰਦੀ ਹੈ। ਇਹ RAM ਸਾਈਜ਼, ਪਿੰਨਾਂ ਅਤੇ ਕਨੈਕਟਰ ਦੇ ਵਿੱਚ DDR2 RAM ਵਾਂਗ ਹੀ ਹੁੰਦੀ ਹੈ, ਪਰ ਕਲੌਕ ਸਪੀਡ ਇੱਕ ਦੂਸਰੇ ਤੋਂ ਅਲੱਗ ਹੁੰਦੀ ਹੈ। ਨਵੇਂ ਮਦਰਬੋਰਡ ਦੇ ਵਿੱਚ DDR3 RAM ਆਉਂਦੀ ਹੈ। ਹਾਰਡ ਡਿਸਕ ਡਰਾਈਵ, ਇਹ ਇੱਕ ਇਲੈਕਟ੍ਰੋਮੈਗਨੈਟਿਕ ਉਪਕਰਨ ਹੈ। ਹਾਰਡ ਡਿਸਕ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਡੇਟਾ ਸਟੋਰ ਕੀਤਾ ਜਾ ਸਕਦਾ ਹੈ। ਸਾਰੇ ਹੀ ਸੌਫਟਵੇਅਰ, ਪ੍ਰੋਗਰਾਮ ਅਤੇ ਡੇਟਾ ਆਮ ਤੌਰ ਤੇ ਹਾਰਡ ਡਿਸਕ ਦੇ ਵਿੱਚ ਹੀ ਸਟੋਰ ਹੁੰਦੇ ਹਨ। ਨਿੱਜੀ ਕੰਪਿਊਟਰ ਦੇ ਵਿੱਚ ਦੋ ਪ੍ਰਕਾਰ ਦੀਆਂ ਹਾਰਡ ਡਿਸਕ ਲੱਗੀਆਂ ਹੁੰਦੀਆਂ ਹਨ, IDE ਅਤੇ SATA ਹਾਰਡ ਡਿਸਕ। SCSI ਅਤੇ USB ਹਾਰਡ ਡਿਸਕ ਵੀ ਕੰਪਿਊਟਰ ਦੇ ਨਾਲ ਉਪਯੋਗ ਹੁੰਦੀਆਂ ਹਨ। SCSI ਹਾਰਡ ਡਿਸਕ ਜ਼ਿਆਦਾਤਰ ਹਾਈ ਐਂਡ ਕੰਪਿਊਟਰਸ ਜਾਂ ਸਰਵਰਸ ਦੇ ਵਿੱਚ ਇਸਤੇਮਾਲ ਹੁੰਦੀਆਂ ਹਨ। IDE ਦਾ ਫੁੱਲ ਫਾਰਮ ਇੰਟੀਗ੍ਰੇਟਿਡ ਡਿਵਾਈਸ ਇਲੈਕਟ੍ਰੋਨਿਕਸ ਹੈ। ਇਸ ਹਾਰਡ ਡਿਸਕ ਦੇ ਵਿੱਚ 40 ਪਿਨ ਦਾ ਡੇਟਾ ਕਨੈਕਟਰ, ਜੰਪਰ ਸੈਟਿੰਗ ਅਤੇ 4 ਪਿਨ ਦਾ ਪਾਵਰ ਕਨੈਕਟਰ ਹੁੰਦਾ ਹੈ। ਹਾਰਡ ਡਿਸਕ ਡਰਾਈਵ ਦੇ ਅੰਦਰ ਐਲੂਮੀਨੀਅਮ ਦੀ ਇੱਕ ਡਿਸਕ ਹੁੰਦੀ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਵੀ ਹੋ ਸਕਦੀਆਂ ਹਨ, ਜਿਸ ਉੱਪਰ ਕਿ ਮੈਗਨੈਟਿਕ ਮਟੀਰੀਅਲ ਦੀ ਇੱਕ ਪਰਤ ਚੜੀ ਹੋਈ ਹੁੰਦੀ ਹੈ। ਇਹ ਡਿਸਕ ਇੱਕ ਸਪਿੰਡਲ ਮੋਟਰ ਦੇ ਦੁਆਰਾ ਬਹੁਤ ਤੇਜ਼ੀ ਦੇ ਨਾਲ ਘੁੰਮਦੀ ਹੈ। ਇਸ ਮੋਟਰ ਦੇ ਚੱਕਰ 5600 RPM ਜਾਂ 7200 RPM ਵੀ ਹੁੰਦੇ ਹਨ, ਜਾਂ ਇਸ ਤੋਂ ਵੱਧ ਵੀ ਹੋ ਸਕਦੇ ਹਨ, ਜਿਹੜਾ ਕਿ ਹਾਰਡ ਡਿਸਕ ਦੇ ਡਿਜ਼ਾਈਨ ਤੇ ਨਿਰਭਰ ਕਰਦਾ ਹੈ। ਡਿਸਕ ਦੇ ਦੋਵਾਂ ਪਾਸੇ ਹੈੱਡ ਲੱਗਿਆ ਹੋਇਆ ਹੁੰਦਾ ਹੈ, ਜੋ ਕਿ ਇਲੈਕਟ੍ਰੋਮੈਗਨੈਟ ਸਿਧਾਂਤ ਤੇ ਡਿਸਕ ਦੇ ਉੱਪਰ ਡਾਟਾ ਰੀਡ ਅਤੇ ਰਾਈਟ ਕਰਦਾ ਹੈ। ਇਹ ਸਾਰਾ ਸਿਸਟਮ ਇੱਕ ਵੈਕਿਊਮ ਯੂਨਿਟ ਦੇ ਅੰਦਰ ਪੈਕ ਹੁੰਦਾ ਹੈ। ਡਾਟਾ ਟ੍ਰਾਂਸਫਰ ਅਤੇ ਪਾਵਰ ਲਈ ਹਾਰਡ ਡਿਸਕ ਦੇ ਉੱਪਰ ਇੱਕ ਲੌਜਿਕ ਕਾਰਡ ਲੱਗਿਆ ਹੋਇਆ ਹੁੰਦਾ ਹੈ। ਹਾਰਡ ਡਿਸਕ ਡਰਾਈਵ ਅਲੱਗ-ਅਲੱਗ ਇੰਟਰਫੇਸ ਦੇ ਵਿੱਚ ਉਪਲਬਧ ਹੈ। ਇਹਨਾਂ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ। IDE ਹਾਰਡ ਡਿਸਕ, ਇਹ 40 ਪਿਨ ਦਾ ਡੇਟਾ ਕਨੈਕਟਰ ਦੇ ਨਾਲ ਉਪਲਬਧ ਹੈ। SATA ਹਾਰਡ ਡਿਸਕ, SATA ਹਾਰਡ ਡਿਸਕ ਦੇ ਵਿੱਚ 7 ਪਿਨ ਦਾ ਡੇਟਾ ਕਨੈਕਟਰ ਹੈ। SCSI ਹਾਰਡ ਡਿਸਕ 50 ਪਿਨ ਦੇ ਡੇਟਾ ਕਨੈਕਟਰ ਦੇ ਨਾਲ ਉਪਲਬਧ ਹੈ। USB ਹਾਰਡ ਡਿਸਕ, ਜਿਸ ਨੂੰ ਕਿ ਅਸੀਂ USB ਪੋਰਟ ਦੁਆਰਾ ਕੰਪਿਊਟਰ ਤੇ ਜੋੜ ਸਕਦੇ ਹਾਂ। ਹਾਰਡ ਡਿਸਕ ਨੂੰ ਪਾਰਟੀਸ਼ਨ ਦੇ ਵਿੱਚ ਵੰਡਿਆ ਜਾਂਦਾ ਹੈ। ਪਾਰਟੀਸ਼ਨ ਦੇ ਸਭ ਤੋਂ ਛੋਟੇ ਹਿੱਸੇ ਬਲਾਕ ਅਖਵਾਉਂਦੇ ਹਨ। ਹਾਰਡ ਡਿਸਕ ਦਾ ਪਹਿਲਾ ਬਲਾਕ MBR ਅਖਵਾਉਂਦਾ ਹੈ। MBR ਦਾ ਮਤਲਬ ਹੈ ਮਾਸਟਰ ਬੂਟ ਰਿਕਾਰਡ, ਜਿਸ ਦੇ ਵਿੱਚ ਕਿ ਕੰਪਿਊਟਰ ਨੂੰ ਬੂਟ ਕਰਨ ਸੰਬੰਧੀ ਜ਼ਰੂਰੀ ਫਾਈਲਾਂ ਹੁੰਦੀਆਂ ਹਨ। ਹਾਰਡ ਡਿਸਕ ਡਰਾਈਵ ਦੇ ਵਿੱਚ ਆਪਰੇਟਿੰਗ ਸਿਸਟਮ, ਐਪਲੀਕੇਸ਼ਨ ਸੌਫਟਵੇਅਰ ਅਤੇ ਡੇਟਾ ਫਾਈਲ ਸਟੋਰ ਹੁੰਦੀਆਂ ਹਨ। ਇਸ ਦੇ ਨਾਲ ਨਾਲ ਅਸੀਂ ਆਪਣਾ ਪਰਸਨਲ ਡੇਟਾ, ਜਿਵੇਂ ਕਿ ਵਰਡਸ ਦੀਆਂ ਫਾਈਲ ਨੇ ਜਾਂ ਐਕਸਲ ਦੀਆਂ ਫਾਈਲਸ ਨੇ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਸੌਫਟਵੇਅਰ ਰਿਲੇਟਡ ਫਾਈਲਸ ਨੇ, ਵੀਡੀਓਜ਼, ਮਿਊਜ਼ਿਕ, ਪਿਕਚਰ ਆਦਿ ਵੀ ਹਾਰਡ ਡਿਸਕ ਦੇ ਵਿੱਚ ਸਟੋਰ ਕਰ ਸਕਦੇ ਹਾਂ। ਹਾਰਡ ਡਿਸਕ ਡਰਾਈਵ ਦੇ ਮੁੱਖ ਪਾਰਟਸ ਇਸ ਪ੍ਰਕਾਰ ਹਨ। ਸਪਿੰਡਲ ਮੋਟਰ, ਜਿਹੜੀ ਕਿ ਹਾਰਡ ਡਿਸਕ ਦੇ ਅੰਦਰ ਡਿਸਕ ਨੂੰ ਬੜੀ ਸਪੀਡ ਦੇ ਨਾਲ ਘੁਮਾਉਂਦੀ ਹੈ। ਰੀਡ ਅਤੇ ਰਾਈਟ ਹੈਡ, ਜਿਹੜੀ ਕਿ ਘੁੰਮਦੀਆਂ ਹੋਈਆਂ ਚੱਕਤੀਆਂ ਦੇ ਉੱਪਰ ਜਾਂ ਘੁੰਮਦੀਆਂ ਹੋਈਆਂ ਡਿਸਕ ਦੇ ਉੱਪਰ ਡੇਟਾ ਰੀਡ ਅਤੇ ਰਾਈਟ ਕਰਦੀ ਹੈ। ਡਿਸਕ ਪਲੈਟਰ, ਹੈਡ ਆਰਮ, ਪਾਵਰ ਅਤੇ ਡੇਟਾ ਕਨੈਕਟਰ, ਲੌਜਿਕ ਕਾਰਡ। ਆਪਟੀਕਲ ਮੀਡੀਆ, CD, ਜਿਸ ਨੂੰ ਕਿ ਕੰਪੈਕਟ ਡਿਸਕ ਕਹਿੰਦੇ ਹਨ, ਆਪਟੀਕਲ ਮੀਡੀਆ ਹੈ। CD ਅਤੇ DVD ਤੇ ਲੇਜ਼ਰ ਦੀ ਸਹਾਇਤਾ ਦੇ ਨਾਲ ਡੇਟਾ ਰੀਡ ਅਤੇ ਰਾਈਟ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਆਮ ਤੌਰ ਤੇ ਡੇਟਾ ਬੈਕਅਪ ਲਈ ਕੀਤਾ ਜਾਂਦਾ ਹੈ। CD ਦੀ ਸਟੋਰੇਜ ਕੈਪੈਸਿਟੀ 700 MB ਅਤੇ DVD ਦੀ ਸਟੋਰੇਜ ਕੈਪੈਸਿਟੀ 4.7 GB ਤੱਕ ਹੁੰਦੀ ਹੈ। CD-ROM ਅਤੇ DVD-ROM, CD-ROM ਅਤੇ DVD-ROM ਅਜਿਹੇ ਉਪਕਰਨ ਹਨ ਜਿਹੜੇ ਕਿ CD ਜਾਂ DVD ਦੇ ਉੱਪਰ ਡੇਟਾ ਰੀਡ ਜਾਂ ਰਾਈਟ ਕਰਨ ਲਈ ਵਰਤੇ ਜਾਂਦੇ ਹਨ। ਇੱਕ ਵਾਰੀ ਲਿਖਿਆ ਗਿਆ ਡੇਟਾ ਬਦਲਿਆ ਜਾਂ ਮਿਟਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ RW ਆਪਟੀਕਲ ਮੀਡੀਆ ਵੀ ਆਉਂਦਾ ਹੈ। RW ਮਤਲਬ ਰੀਡ ਐਂਡ ਰਾਈਟ, ਅਜਿਹਾ ਮੀਡੀਆ ਜਿਸ ਦੇ ਉੱਪਰ ਕਿ ਡੇਟਾ ਦੁਬਾਰਾ ਲਿਖਿਆ ਵੀ ਜਾ ਸਕਦਾ ਹੈ ਤੇ ਹਟਾਇਆ ਵੀ ਜਾ ਸਕਦਾ ਹੈ। RW CD ਜਾਂ RW DVD ਅਖਵਾਉਂਦੀਆਂ ਹਨ। ਆਪਟੀਕਲ ਡਰਾਈਵ ਦੇ ਮੁੱਖ ਪਾਰਟਸ ਇਸ ਪ੍ਰਕਾਰ ਹਨ। ਲੇਜ਼ਰ ਸੈਕਸ਼ਨ ਅਤੇ ਲੈਂਸ,
ਰੋਟੇਸ਼ਨ ਕੁਆਇਲ, ਫੋਟੋ ਡਿਟੈਕਟਰ, ਡਰਾਈਵ ਟਰੇ, ਸਪਿੰਡਲ ਮੋਟਰ ਅਤੇ ਲੌਜਿਕ ਕਾਰਡ। SMP ਪਾਵਰ ਸਪਲਾਈ। SMP ਕੰਪਿਊਟਰ ਨੂੰ ਅਲੱਗ-ਅਲੱਗ ਲੈਵਲ ਦੀ ਪਾਵਰ ਸਪਲਾਈ ਮੁਹੱਈਆ ਕਰਵਾਉਂਦੀ ਹੈ। ਇਸ ਨੂੰ ਸਵਿਚ ਮੋਡ ਪਾਵਰ ਸਪਲਾਈ ਕਹਿੰਦੇ ਹਨ। SMP ਕੰਪਿਊਟਰ ਦਾ ਇੱਕ ਅਜਿਹਾ ਯੂਨਿਟ ਹੈ ਜਿਹੜਾ ਕਿ 230 ਵੋਲਟ AC ਬਿਜਲੀ ਦੀ ਸਪਲਾਈ ਨੂੰ DC ਸਪਲਾਈ ਦੇ ਵਿੱਚ ਬਦਲਦਾ ਹੈ। ਇਹ DC ਸਪਲਾਈ ਕੰਪਿਊਟਰ ਦੇ ਵੱਖ-ਵੱਖ ਉਪਕਰਣਾਂ ਨੂੰ ਚਲਾਉਂਦੀ ਹੈ ਅਤੇ ਇਸ ਦੀ ਵੋਲਟੇਜ ਇਸ ਪ੍ਰਕਾਰ ਹੁੰਦੀ ਹੈ। SMP ਦੀ ਆਉਟਪੁੱਟ ਦੇ ਉੱਤੇ ਪੋਜ਼ਿਟਿਵ 3.3 ਵੋਲਟ, ਨੈਗੇਟਿਵ 3.3 ਵੋਲਟ, ਪੋਜ਼ਿਟਿਵ 5 ਵੋਲਟ, ਨੈਗੇਟਿਵ 5 ਵੋਲਟ, ਪੋਜ਼ਿਟਿਵ 12 ਵੋਲਟ, ਨੈਗੇਟਿਵ 12 ਵੋਲਟ ਅਤੇ 0 ਵੋਲਟ ਸਪਲਾਈ ਉਪਲਬਧ ਹੁੰਦੀ ਹੈ। ਕੀਬੋਰਡ ਅਤੇ ਮਾਊਸ। ਕੀਬੋਰਡ ਅਤੇ ਮਾਊਸ ਕੰਪਿਊਟਰ ਦੇ ਇਨਪੁਟ ਉਪਕਰਣ ਹਨ। ਇਹ ਦੋਵੇਂ PS2 ਅਤੇ USB ਕਨੈਕਸ਼ਨ ਦੇ ਵਿੱਚ ਉਪਲਬਧ ਹਨ। ਮਾਊਸ ਮਕੈਨੀਕਲ, ਰੋਲਬਾਲ ਅਤੇ ਆਪਟੀਕਲ ਡਿਜ਼ਾਈਨ ਦੇ ਵਿੱਚ ਉਪਲਬਧ ਹਨ। ਨਵੀਨਤਮ ਕੀਬੋਰਡ ਅਤੇ ਮਾਊਸ ਵਾਇਰਲੈਸ ਤਕਨੀਕ ਦੇ ਵਿੱਚ ਵੀ ਉਪਲਬਧ ਹਨ। ਡਿਸਪਲੇ ਯੂਨਿਟ। ਮੋਨੀਟਰ ਅਤੇ ਡਿਸਪਲੇ ਯੂਨਿਟ ਮੁੱਖ ਆਉਟਪੁੱਟ ਉਪਕਰਣ ਹਨ ਜਿਸ ਦੁਆਰਾ ਅਸੀਂ ਵੀਡੀਓ, ਤਸਵੀਰਾਂ ਜਾਂ ਟੈਕਸਟ, ਜਿਸ ਨੂੰ ਕਿ ਅੱਖਰ ਆਖਦੇ ਹਨ, ਨੂੰ ਕੰਪਿਊਟਰ ਸਕਰੀਨ ਦੇ ਉੱਤੇ ਵੇਖ ਸਕਦੇ ਹਾਂ। ਮਾਰਕੀਟ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਮੋਨੀਟਰ ਉਪਲਬਧ ਹਨ। ਆਮ ਤੌਰ ਤੇ CRT, LCD, LED ਜਾਂ TFT ਮੋਨੀਟਰ। CRT ਮੋਨੀਟਰ ਦੇ ਮੁੱਖ ਪਾਰਟਸ ਇਸ ਪ੍ਰਕਾਰ ਹਨ: ਇਲੈਕਟ੍ਰੌਨ ਗਨ, ਫਾਸਫੋਰਸ ਲੇਪ ਕੀਤੀ ਹੋਈ ਫੋਕਸਿੰਗ ਸਕਰੀਨ, ਡਿਫਲੈਕਸ਼ਨ ਕੁਆਇਲ ਜਿਹੜੀ ਕਿ ਹੌਰੀਜ਼ੌਂਟਲ ਅਤੇ ਵਰਟੀਕਲ ਡਿਫਲੈਕਸ਼ਨ ਕਰਵਾਉਂਦੀ ਹੈ ਸਿਗਨਲ ਨੂੰ, ਵੀਡੀਓ ਕੰਟਰੋਲਰ, ਐਕਸਲਰੇਟਿੰਗ ਐਨੋਡ, ਹੀਟਰ, ਯੋਕ ਅਤੇ ਪ੍ਰਿੰਟਡ ਸਰਕਿਟ ਬੋਰਡ ਜਾਂ PCB। ਹੀਟ ਸਿੰਕ। ਹੀਟ ਸਿੰਕ ਐਲੂਮੀਨੀਅਮ ਦਾ ਬਣਿਆ ਹੁੰਦਾ ਹੈ ਜਿਹੜਾ ਕਿ ਤਾਪ ਦਾ ਚੰਗਾ ਚਾਲਕ ਹੈ। ਇਹ ਪ੍ਰੋਸੈਸਰ ਦੇ ਉੱਪਰ ਲੱਗਦਾ ਹੈ। ਇਹ ਪ੍ਰੋਸੈਸਰ ਤੋਂ ਪੈਦਾ ਹੋਣ ਵਾਲੀ ਸਾਰੀ ਗਰਮੀ ਨੂੰ ਸੋਖਦਾ ਹੈ। ਹੀਟ ਸਿੰਕ ਦੇ ਉੱਪਰ ਇੱਕ ਫੈਨ ਲੱਗਿਆ ਹੋਇਆ ਹੁੰਦਾ ਹੈ ਜਿਹੜਾ ਕਿ ਇਸ ਦੇ ਟੈਂਪਰੇਚਰ ਨੂੰ ਘੱਟ ਰੱਖਦਾ ਹੈ, ਇਸ ਨੂੰ ਠੰਡਾ ਰੱਖਦਾ ਹੈ। ਇਸ ਦਾ ਪੱਖਾ ਮਦਰਬੋਰਡ ਤੋਂ ਮਿਲਣ ਵਾਲੀ 12 ਵੋਲਟ ਸਪਲਾਈ ਦੇ ਨਾਲ ਚੱਲਦਾ ਹੈ। ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਉਹ ਪ੍ਰੋਗਰਾਮ ਹੈ ਜਿਹੜਾ ਕਿ ਕੰਪਿਊਟਰ ਦੇ ਹਾਰਡਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਨੂੰ ਚਲਾਉਂਦਾ ਹੈ। ਆਪਰੇਟਿੰਗ ਸਿਸਟਮ ਕੰਪਿਊਟਰ ਅਤੇ ਯੂਜ਼ਰ ਵਿਚਕਾਰ ਭਾਸ਼ਾ ਰੂਪਾਂਤਰਣ ਦਾ ਕੰਮ ਵੀ ਕਰਦਾ ਹੈ ਕਿਉਂਕਿ ਯੂਜ਼ਰ ਦੁਆਰਾ ਸਮਝੀ ਜਾਣ ਵਾਲੀ ਲੈਂਗੁਏਜ ਅਲੱਗ ਹੈ ਅਤੇ ਕੰਪਿਊਟਰ ਦੁਆਰਾ ਸਮਝੀ ਜਾਣ ਵਾਲੀ ਲੈਂਗੁਏਜ ਅਲੱਗ ਹੈ, ਜਿਸ ਨੂੰ ਕਿ ਆਪਰੇਟਿੰਗ ਸਿਸਟਮ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਵਾਉਂਦਾ ਹੈ। ਕੰਪਿਊਟਰ ਨੂੰ ਚਲਾਉਣ ਵਾਸਤੇ ਬਹੁਤ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਉਪਲਬਧ ਹਨ ਜਿਵੇਂ ਕਿ DOS, ਵਿੰਡੋਜ਼, ਲਾਈਨੈਕਸ, ਮੈਕ ਆਦਿ। ਪੇਸ਼ਕਸ਼ ਦਾ ਸੰਖੇਪ। ਇਸ ਪੇਸ਼ਕਸ਼ ਦੌਰਾਨ ਕੰਪਿਊਟਰ ਹਾਰਡਵੇਅਰ ਦੇ ਉਪਕਰਣਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਪੇਸ਼ਕਸ਼ ਦਾ ਅੰਤ। ਧੰਨਵਾਦ।